ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੱਲ ਰਾਤ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਅੱਜ ਸਵੇਰ ਹੁੰਦਿਆਂ ਫਿਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ। ਕੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਗੱਲਾਂ ਕਹੀਆਂ ਗਈਆਂ ਨੇ, ਤਾਂ ਕੀ ਅਜਿਹੀ ਗੱਲ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਉਹ ਵੀ ਤੁਹਾਨੂੰ ਦੱਸਾਂਗੇ ਤੇ ਉਸਦੇ ਪ੍ਰਣਾਮ ਕੀ ਰਹਿਣਗੇ, ਉਸਦੇ ਸਮੀਕਰਨ ਕੀ ਰਹਿਣਗੇ, ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉੱਥੇ ਹੀ ਗੱਲਬਾਤ ਕਰਾਂਗੇ ਕਿ ਸਿੱਧੂ ਦੇ ਧਮਾਕਿਆਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰੀ ਵੀ ਅੱਜ ਵੱਡੇ ਧਮਾਕੇ ਕਰ ਸਕਦੇ ਨੇ। ਗੱਲਬਾਤ ਇਹ ਹੈ ਕਿ ਅੱਜ ਕੈਬਨਿਟ ਦੀ ਮੀਟਿੰਗ ਵੀ ਹੈ ਤੇ ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਫੈਸਲੇ ਲਏ ਜਾ ਸਕਦੇ ਨੇ ਤੇ ਨਾਲ ਹੀ ਨਾਲ ਇਹ ਵੀ ਦੱਸ ਦਈਏ ਕਿ ਏਜੀ ਨੂੰ ਲੈ ਕੇ ਵੀ ਬੜਾ ਭੁਚਾਲ ਪਿਆ ਹੋਇਆ ਹੈ। ਕਈ ਦਿਨ ਹੋ ਗਏ ਨੇ ਏਜੀ ਨੂੰ ਬਦਲਿਆਂ ਤੇ ਹਾਲੇ ਤੱਕ ਜਿਹੜਾ ਨਵਾਂ ਏਜੀ ਨਹੀਂ ਲਾਇਆ ਗਿਆ। ਹਾਲਾਂਕਿ ਜਿਹੜੇ ਏਜੀ ਏਪੀਐਸ ਦਿਓਲ ਸੀਗੇ ਉਹਨਾਂ ਨੂੰ ਕਾਫੀ ਇੱਕ ਹਫ਼ਤਾ ਹੋਣ ਵਾਲਾ, ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕੀਤੇ ਆ, ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਿਆਂ। ਬੇਸ਼ੱਕ ਚਰਨਜੀਤ ਸਿੰਘ ਚੰਨੀ ਹੋਰੀ ਇਹ ਗੱਲ ਕਹਿ ਰਹੇ ਸੀ ਕਿ ਅਗਲੇ ਹੀ ਦਿਨ ਜਿਹੜਾ ਏਜੀ ਨਿਯੁਕਤ ਕਰ ਦਿੱਤਾ ਜਾਊਗਾ, ਪਰ ਹਾਲੇ ਵੀ ਉਹ ਏਜੀ ਨਿਯੁਕਤ ਨਹੀਂ ਕੀਤਾ ਗਿਆ। ਜਿੱਥੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਹੈਗਾ ਜਿੱਥੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ, ਤਾਂ ਉੱਥੇ ਵੱਖ-ਵੱਖ ਪਾਰਟੀਆਂ ਵੀ ਚੰਨੀ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ। ਇਸ ਦੇ ਕੀ परिणाम ਹੋਣਗੇ, ਇਸ ਦੇ ਕੀ ਸਮੀਕਰਨ ਬਣਨਗੇ, ਕਿਸ ਤਰੀਕੇ ਦੇ ਹਾਲਾਤ ਪੈਦਾ ਹੋਣਗੇ ਕਿ ਕਾਂਗਰਸ ਦੇ ਅੰਦਰ ਫਿਰ ਤੋਂ ਖਿਲਾਫ ਪੈਦਾ ਹੋ ਜਾਏਗਾ, ਸਾਰੀਆਂ ਗੱਲਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत शुक्रिया, मेहरबानी, धन्यवाद सुखविंदर जी। ਸਰ ਕੱਲ ਪਟਿਆਲਾ ਤੋਂ ਨਵਜੋਤ ਸਿੰਘ ਸਿੱਧੂ ਦੀ ਰਾਤ ਇੱਕ ਵੀਡੀਓ ਸਾਹਮਣੇ ਆਈ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਇਹ ਗੱਲ ਵੱਖ-ਵੱਖ ਕੱਚੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਉਹਨਾਂ ਨੇ ਅਪੀਲ ਕੀਤੀ ਸੀ ਕਿ ਸਾਡੇ ਜਿਹੜੇ ਸਾਥੀ ਛੱਤਾਂ ਤੇ ਚੜੇ ਹੋਏ ਨੇ ਉਹਨਾਂ ਦੀ ਇੱਕ ਵੀਡੀਓ ਬਣਾ ਦਿਓ, ਉਹਨਾਂ ਨੂੰ ਭਰੋਸਾ ਦੇ ਦਿਓ। ਤਾਂ ਬੀਤੀ ਰਾਤ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਭਾਈ ਮੈਂ ਵੀਡੀਓ ਕਿਉਂ ਬਣਾਊਂਗਾ, ਮੈਂ ਉਹਨਾਂ ਦੇ ਕੋਲ ਆਪ ਉੱਤੇ ਚਲਾ ਜਾਊਂਗਾ। ਤਾਂ ਅੱਜ ਸਵੇਰੇ 7:30 ਵਜੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਕੋਲ ਗਏ, ਉਹਨਾਂ ਦੀ ਭੁੱਖ ਹੜਤਾਲ ਮੁਲਾਜ਼ਮਾਂ ਦੀ ਜਿਹੜੀ ਕੱਚੇ ਮੁਲਾਜ਼ਮਾਂ ਦੀ ਖਤਮ ਕਰਵਾਈ ਹੈ, ਜੂਸ ਪਿਲਾ ਕੇ ਨਵਜੋਤ ਸਿੰਘ ਸਿੱਧੂ ਤੇ ਮੁਲਾਜ਼ਮਾਂ ਦੇ ਵੱਲੋਂ ਭਰੋਸਾ ਜਤਾਇਆ ਗਿਆ। ਕਿਵੇਂ ਦੇਖਦੇ ਹੋ ਸਾਰੀ ਚੀਜ਼? जी बिल्कुल, देखो नवजोत ਸਿੰਘ ਸਿੱਧੂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਔਰ ਇਹਦੇ ਪਿੱਛੇ ਜਦੋਂ ਅਸੀਂ ਸਾਰੀ ਸਟੋਰੀ ਦੇਖਦੇ ਹਾਂ ਤਾਂ ਜੇ ਹੜਤਾਲਾਂ ਹੋ ਰਹੀਆਂ ਨੇ, ਜੇ ਲੋਕ ਭੁੱਖ ਹੜਤਾਲ ਤੇ ਬੈਠੇ ਨੇ ਔਰ ਚਾਹੇ ਉਹ ਕਰਮਚਾਰੀ ਨੇ, ਚਾਹੇ ਅਧਿਆਪਕ ਸਹਿਬਾਨ ਨੇ ਜਾਂ ਕੋਈ ਹੋਰ ਲੋਕ ਨੇ, ਉਹ ਲਗਾਤਾਰ 4.5 ਸਾਲਾਂ ਤੋਂ ਆਪਣੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਰੁਜ਼ਗਾਰ ਮਿਲੇ। ਔਰ ਇਹਦੇ ਪਿੱਛੇ ਜਿਹੜੀ ਗੱਲ ਇਹੀ ਹੈ ਕਿ ਕੈਪਟਨ ਸਾਹਿਬ ਨੇ ਕਿਸੇ ਵੇਲੇ ਕਿਹਾ ਸੀਗਾ ਕਿ ਮੈਂ ਘਰ ਘਰ ਨੌਕਰੀ ਦੇ ਦੂੰਗਾ ਔਰ ਆਪਾਂ ਨੂੰ ਵੀ ਪਤਾ ਹੈ ਕਿ ਘਰ ਘਰ ਨੌਕਰੀ ਨਾ ਮਿਲੀ ਹੈ, ਨਾ ਇੱਕ ਘਰ ਛੱਡ ਕੇ ਮਿਲੀ ਹੈ, ਨਾ ਦੋ ਘਰ ਛੱਡ ਕੇ ਮਿਲੀ ਹੈ। ਯਾਨੀ ਕਿ ਨੌਕਰੀਆਂ ਦਾ ਕਾਲ ਪੈਂਦਾ ਨਜ਼ਰ ਆਇਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ। ਔਰ ਲਗਾਤਾਰ ਜਦੋਂ ਪਿਛਲੇ ਦਿਨਾਂ ਦੇ ਵਿੱਚ ਕੋਈ ਵੀ ਪੋਸਟ ਨਿਕਲਦੀ ਹੈ ਤਾਂ ਇੱਕ ਪੋਸਟ ਦੀ ਬਜਾਏ ਹਜ਼ਾਰਾਂ ਐਪਲੀਕੈਂਟ ਜਿਹੜੇ ਨੇ ਉਹ ਆਉਂਦੇ ਆ, ਹਜ਼ਾਰਾਂ ਦੀ ਲੱਖਾਂ ਦੀ ਤਾਦਾਦ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਏਗਾ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਪੋਸਟਾਂ ਭਰਦੇ ਨਜ਼ਰ ਆਏ ਔਰ ਲਗਾਤਾਰ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਸਾਡੇ ਟੈਸਟ ਪਾਸ ਹੋ ਜਾਣ, ਚਾਹੇ ਉਹ ਸਿਪਾਹੀ ਦੀਆਂ ਪੋਸਟਾਂ ਹੋਣ, ਚਾਹੇ ਉਹ ਪਟਵਾਰੀਆਂ ਦੀਆਂ ਪੋਸਟਾਂ ਹੋਣ ਜਾਂ ਕੋਈ ਹੋਰ ਜਿੰਨੀਆਂ ਵੀ ਪੋਸਟਾਂ ਨਿਕਲੀਆਂ ਨੇ ਉਹਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਐਪਲੀਕੇਸ਼ਨਸ ਆਈਆਂ ਨੇ। ਸੋ ਇਹੀ ਗੱਲ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਰੀ ਸੱਤਾ ਬਦਲੀ ਹੈ ਔਰ ਨਵੇਂ ਮਿਨਿਸਟਰ ਆਏ ਨੇ, ਨਵੇਂ ਨੇਤਾ ਆਏ ਨੇ ਕਾਂਗਰਸ ਦੇ, ਤਾਂ ਉਹਨਾਂ ਦੇ ਜਿਹੜੇ ਨੇ ਦਰਵਾਜ਼ਿਆਂ ਦੇ ਬਾਹਰ, ਉਹਨਾਂ ਦੇ ਘਰਾਂ ਦੇ ਬਾਹਰ ਬਹੁਤ ਵੱਡੀਆਂ ਜਿਹੜੀਆਂ ਨੇ ਹੜਤਾਲਾਂ ਹੁੰਦੀਆਂ ਰਹੀਆਂ ਨੇ। ਅੱਜ ਵੀ ਹੋ ਰਹੀਆਂ ਨੇ। ਤੁਸੀਂ ਚਾਹੇ ਮੋਰਿੰਡੇ ਦੀ ਗੱਲ ਕਰਦੇ ਆ, ਚਾਹੇ ਜਲੰਧਰ ਦੀ ਗੱਲ ਕਰਦੇ ਆ, ਪ੍ਰਗਟ ਸਿੰਘ ਹੋਰਾਂ ਦੇ ਘਰ ਦੇ ਅੱਗੇ ਕੱਲ ਜਿਹੜੇ ਨੇ ਆਪਾਂ ਸਾਰਿਆਂ ਨੇ ਵੇਖਿਆ ਹੈ ਕਿ ਜਿਹੜੇ ਅਧਿਆਪਕ ਸਾਥੀ ਨੇ ਉਹ ਘਰ ਦੇ ਵਿੱਚ ਹੀ ਐਂਟਰੀ ਹੋਈ ਆ ਉਹਨਾਂ ਦੀ। ਸੋ ਇਸੇ ਤਰ੍ਹਾਂ ਮੋਰਿੰਡੇ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਸਾਡੇ ਕਰਮਚਾਰੀਆਂ ਵੱਲੋਂ, ਅਧਿਆਪਕਾਂ ਵੱਲੋਂ, ਕਿ ਕਿਵੇਂ ਨਾ ਕਿਵੇਂ ਆਪਣੀ ਜਿਹੜੀ ਪੀੜਾ ਹੈ, ਆਪਣਾ ਜੋ ਦਰਦ ਹੈ, ਜੋ ਇਹਨਾਂ ਲੋਕਾਂ ਦੇ ਨਾਲ ਵਾਅਦੇ ਹੋਏ ਸੀਗੇ, ਜੋ ਆਪਾਂ ਨੂੰ ਵੀ ਪਤਾ ਹੈ ਕਿ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ, ਉਹ ਜਦੋਂ ਪੂਰੇ ਹੁੰਦੇ ਨਜ਼ਰ ਨਹੀਂ ਆਏ ਤਾਂ ਲਾਜ਼ਮੀ ਤੌਰ ਤੇ ਕਰਮਚਾਰੀ, ਅਧਿਆਪਕ, ਇਹ ਜਿਹੜੇ ਨੌਜਵਾਨ ਨੇ ਇਹ ਹੜਤਾਲਾਂ ਤੇ ਬੈਠਦੇ ਆ। ਸੋ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਨਾ ਕਿਵੇਂ ਉਹਨਾਂ ਨੂੰ ਕੋਈ ਰਾਹਤ ਦਿੱਤੀ ਜਾਏ, ਇਹਨਾਂ ਦੇ ਨਾਲ ਕੋਈ ਹਮਦਰਦੀ ਜਤਾਈ ਜਾਵੇ
ਸੋ ਇਸ ਕਰਕੇ ਕੱਲ ਵੀ ਨਵਜੋਤ ਸਿੰਘ ਸਿੱਧੂ ਇਹਨਾਂ ਹੜਤਾਲੀ ਨੌਜਵਾਨਾਂ ਨੂੰ ਮਿਲੇ ਨੇ, ਕਰਮਚਾਰੀਆਂ ਨੂੰ ਮਿਲੇ ਨੇ ਜਿਹੜੇ ਕਿ ਅਜੇ ਤੱਕ ਕੱਚੇ ਨੇ। ਸੋ ਅੱਜ ਉਹਨਾਂ ਨੇ ਸਵੇਰੇ ਸਵੇਰੇ ਜਿਹੜੀ ਵੱਡੀ ਗੱਲ ਕੀਤੀ ਹੈ ਕਿ ਸਵੇਰੇ ਸਾਜਰੇ 7:30 ਵਜੇ ਜਾ ਕੇ ਉਹਨਾਂ ਦੀ ਹੜਤਾਲ ਚੁਕਾਈ ਹੈ ਔਰ ਉਹਨਾਂ ਨੂੰ ਵਾਅਦਾ ਕੀਤਾ ਹੈ ਕਿ ਤੁਸੀਂ ਮੈਨੂੰ ਅਰਜ਼ੀ ਦਿਓ, ਤੁਸੀਂ ਮੈਨੂੰ ਐਪਲੀਕੇਸ਼ਨ ਦਿਓ, ਮੈਂ ਤੁਹਾਡੀ ਜਿਹੜੀ ਫਰਿਆਦ ਹੈ, ਤੁਹਾਡੀ ਗੱਲ ਹੈ, ਤੁਹਾਡੇ ਹੱਕ ਨੇ, ਉਹ ਮੈਂ ਚੰਨੀ ਸਾਹਿਬ ਤੱਕ ਪਹੁੰਚਦੇ ਕਰਾਂਗਾ। ਔਰ ਇਹ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ ਵਾਰ ਤੁਸੀਂ ਕਿਸੇ ਗਲਤ ਬੰਦੇ ਨੂੰ ਚੁਣ ਨਾ ਲੈਣਾ, ਇਸ ਵਾਰੀ ਕੋਈ ਗਲਤ ਵੋਟਾਂ ਪਾ ਕੇ ਦੁਬਾਰਾ ਫੇਰ ਕੈਪਟਨ ਸਾਹਿਬ ਵਰਗੇ ਬੰਦੇ ਦੇ ਲਾਰਿਆਂ 'ਚ ਆ ਕੇ ਤੁਸੀਂ ਕਿਸੇ ਪੰਜਾਬ ਨੂੰ ਇਦਾਂ ਕਿਸੇ ਹਨੇਰੇ 'ਚ ਨਾ ਪਹੁੰਚਾ ਦੇਣਾ ਤਾਂ ਕਿ ਅਸੀਂ ਉਸ 'ਚੋਂ ਨਿਕਲ ਨਾ ਪਾਈਏ। ਸੋ ਇਸ ਕਰਕੇ ਬੜੀਆਂ ਵੱਡੀਆਂ ਚਿੰਤਾਵਾਂ ਨਵਜੋਤ ਸਿੰਘ ਸਿੱਧੂ ਨੇ ਨੌਜਵਾਨਾਂ ਦੇ ਸਾਹਮਣੇ ਰੱਖੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਨੇ ਵੀ ਉਹਨਾਂ ਨਾਲ ਵਾਅਦਾ ਕੀਤਾ ਹੈ, ਜੋ ਵੀਡੀਓ 'ਚ ਦੇਖਣ ਨੂੰ ਸਾਹਮਣੇ ਆ ਰਿਹਾ ਹੈ, ਕਿ ਅਸੀਂ ਸਾਰੇ ਤੁਹਾਡੇ ਨਾਲ ਲੱਗਾਂਗੇ ਔਰ ਤੁਸੀਂ ਸਾਡੀ ਅਗਵਾਈ ਕਰੋ, ਅਸੀਂ ਤੁਹਾਡੇ ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਹੀ ਵੋਟਾਂ ਪਾਵਾਂਗੇ। ਸੋ ਇਸ ਕਰਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਉਹ ਆਪਣਾ ਕਾਰਜ ਕਰਦੇ ਰਹੇ ਨੇ, ਆਪਣੀ ਹਮਦਰਦੀ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਨਾਲ ਔਰ ਪੰਜਾਬੀਅਤ ਨਾਲ ਕਰਦੇ ਦਿਖਾਉਂਦੇ ਰਹੇ ਨੇ, ਉਸੇ ਤਰ੍ਹਾਂ ਦੀ ਹਮਦਰਦੀ ਇਸ ਵੀਡੀਓ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ। ਸੁਖਵਿੰਦਰ ਜੀ, ਨਵਜੋਤ ਸਿੰਘ ਸਿੱਧੂ ਨੂੰ ਮੁਲਾਜ਼ਮ ਜਥੇਬੰਦੀਆਂ ਨੇ ਇੱਥੇ ਤਾਂ ਕਹਿਤਾ ਕਿ ਸਾਡੇ ਕਹਿੰਦੇ ਮਸਲੇ ਹੱਲ ਕਰਾ ਦਿਓ, ਜਿੱਥੇ ਕਹੋਗੇ ਉੱਥੇ ਵੋਟ ਪਾ ਜਾਵਾਂਗੇ। ਉਹ ਕਹਿੰਦੇ ਕਿ ਮੈਂ ਕਹਿਣਾ ਹੀ ਨਹੀਂ, ਕਹਿੰਦੇ ਮੈਂ ਕਹਿਣਾ ਹੀ ਨਹੀਂ, ਕਹਿੰਦੇ ਜਿੱਥੇ ਪੰਜਾਬ ਦੇ ਹਿੱਤ ਨਹੀਂ ਹੋਣਗੇ ਉੱਥੇ ਮੈਂ ਵੋਟ ਪਾਉਣ ਨੂੰ ਕਹਿਣਾ ਹੀ ਨਹੀਂ। ਬਿਲਕੁਲ, ਦੇਖੋ ਨਵਜੋਤ ਸਿੰਘ ਸਿੱਧੂ ਕੀ ਚਾਹੁੰਦੇ ਨੇ ਨੌਜਵਾਨਾਂ ਤੋਂ, ਉਹ ਚਾਹੁੰਦੇ ਨੇ ਵੀ ਤੁਸੀਂ ਆਪ ਆਪਣੀ ਸਮਝ ਰੱਖੋ, ਇਹ ਨਹੀਂ ਕਿ ਮੇਰੇ ਕਹੇ ਤੋਂ ਜਾਂ ਕਿਸੇ ਹੋਰ ਲੀਡਰ ਦੇ ਕਹੇ ਤੋਂ ਤੁਸੀਂ ਜਿੱਥੇ ਇਹ ਲੀਡਰਸ਼ਿਪ ਕਹਿੰਦੀ ਹੈ ਵੋਟਾਂ ਪਾ ਦਿਓ। ਤੁਹਾਡੀ ਆਪਣੀ ਵੀ ਸਮਝ ਹੋਣੀ ਚਾਹੀਦੀ ਹੈ, ਤੁਹਾਡੀ ਆਪਣੀ ਵੀ ਚੇਤਨਾ ਹੋਣੀ ਚਾਹੀਦੀ ਹੈ, ਤੁਹਾਡਾ ਆਪਣਾ ਵੀ ਦਿਮਾਗ ਹੋਣਾ ਚਾਹੀਦਾ ਹੈ, ਤੁਸੀਂ ਆਪਣੇ ਦਿਮਾਗ ਦੇ ਨਾਲ ਸੋਚਣਾ ਹੈ। ਔਰ ਜਿਹੜੀ ਵੀ ਪਾਰਟੀ, ਜਿਹੜੇ ਚੰਗੇ ਲੋਕ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਨਾ ਚਾਹੁੰਦੇ ਨੇ, ਤੁਸੀਂ ਆਪਣੀ ਸਮਝ ਦੇ ਮੁਤਾਬਕ, ਆਪਣੀ ਚੇਤਨਾ ਦੇ ਮੁਤਾਬਕ ਤੁਸੀਂ ਉੱਥੇ ਹੀ ਵੋਟਾਂ ਪਾਉਣੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਨਹੀਂ ਹੈ ਕਿ ਕਿਹਾ ਉਹਨਾਂ ਨੇ ਕਿ ਮੰਗ ਕੀਤੀ ਹੈ ਕਿ ਸਿਰਫ ਤੇ ਸਿਰਫ ਕਾਂਗਰਸ ਨੂੰ ਹੀ ਵੋਟਾਂ ਪਾਉਣੀਆਂ ਨੇ ਜਾਂ ਸਿਰਫ ਮੈਨੂੰ ਹੀ ਵੋਟਾਂ ਪਾਉਣੀਆਂ ਨੇ ਜਾਂ ਚੰਨੀ ਸਾਹਿਬ ਨੂੰ ਹੀ ਵੋਟਾਂ ਪਾਉਣੀਆਂ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਦਿਮਾਗ ਵੀ ਲਾਉਣਾ ਹੈ, ਆਪਣੀ ਚੇਤਨਾ ਦਾ, ਆਪਣੀ ਆਤਮਾ ਦੀ ਆਵਾਜ਼ ਵੀ ਸੁਣਨੀ ਹੈ। ਸੋ ਇਸ ਕਰਕੇ ਬਹੁਤ ਵੱਡਾ ਬਿਆਨ ਆਪਾਂ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਬਹੁਤ ਵੱਡਾ ਸੁਨੇਹਾ ਨੌਜਵਾਨਾਂ ਨੂੰ ਦਿੱਤਾ ਹੈ ਔਰ ਨੌਜਵਾਨਾਂ ਨੂੰ ਇਹੀ ਕਿਹਾ ਹੈ ਕਿ ਤੁਸੀਂ ਆਪਣੀ ਭਾਈ ਜਿਹੜਾ ਤੁਹਾਡੀ ਥਰਡ ਆਈ ਹੈ, ਤੁਹਾਡੀ ਜਿਹੜੀ ਤੀਜੀ ਅੱਖ ਹੈ, ਉਸ ਨੂੰ ਜਗਾਓ। ਇਹਦਾ ਮਤਲਬ ਇਹੀ ਹੈ ਕਿ ਜੇਕਰ ਤੁਹਾਡੀ ਤੀਜੀ ਅੱਖ ਜਗੇਗੀ ਤਾਂ ਤੁਸੀਂ ਫੈਸਲਾ ਚੰਗਾ ਕਰ ਸਕਦੇ ਹੋ, ਚੰਗੇ ਹੱਥਾਂ ਦੇ ਵਿੱਚ ਪੰਜਾਬ ਦੀ ਵਾਗਡੋਰ ਦੇ ਸਕਦੇ ਹੋ। ਜੇ ਉਹੀ ਲਾਰੇ ਲੱਪਿਆਂ ਵਾਲੀ ਸਰਕਾਰ ਨੂੰ ਲਿਆਉਣਾ ਹੈ ਤਾਂ ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਜਿਹੜਾ ਹੈਗਾ, ਅੱਜ ਦਾ ਜਿਹੜਾ ਸਵੇਰ ਦਾ ਬਿਆਨ ਹੈ, ਉਹ ਬਹੁਤ ਹੀ ਵੱਡਾ ਬਿਆਨ ਹੈ, ਬਹੁਤ ਪੰਜਾਬ ਦੇ ਭਲੇ ਵਾਲਾ, ਪੰਜਾਬ ਦੇ ਨੌਜਵਾਨਾਂ ਲਈ, ਪੰਜਾਬ ਦੇ ਕਿਸਾਨਾਂ ਲਈ, ਪੰਜਾਬ ਦੇ ਆਮ ਲੋਕਾਂ ਦੇ ਲਈ ਇੱਕ ਚੰਗਾ ਬਿਆਨ ਆਪਾਂ ਕਹਿ ਸਕਦੇ ਹਾਂ। ਸੁਖਵਿੰਦਰ ਜੀ, ਉੱਥੇ ਜੇਕਰ ਆਪਾਂ ਗੱਲਬਾਤ ਕਰੀਏ ਕਿ ਅੱਜ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਕੈਬਨਿਟ ਦੀ ਮੀਟਿੰਗ, ਅੱਜ ਅਹਿਮ ਮੀਟਿੰਗ ਹੈ, ਵੋਟਾਂ ਦੇ ਵਿੱਚ ਸਮਾਂ ਬੜਾ ਥੋੜਾ ਰਹਿ ਗਿਆ, ਲੱਗਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਵੀ ਕੁਝ ਵੱਡੇ ਐਲਾਨ ਜਿਹੜੀਆਂ ਹੋ ਸਕਦੇ ਆ, ਵੱਡੀਆਂ ਸੁਗਾਤਾਂ ਪੰਜਾਬ ਦੇ ਲੋਕਾਂ ਨੂੰ, ਕੱਚੇ ਮੁਲਾਜ਼ਮਾਂ ਨੂੰ ਜਾਂ ਵੱਖ-ਵੱਖ ਜਿਹੜੇ ਹੋਰ ਵਰਗ ਦੇ ਲੋਕ ਨੇ ਉਹਨਾਂ ਨੂੰ ਅੱਜ ਦੀ ਇਸ ਕੈਬਨਿਟ ਮੀਟਿੰਗ ਤੋਂ ਉਮੀਦਾਂ ਲਗਾਉਣੀਆਂ ਚਾਹੀਦੀਆਂ ਨੇ? ਬਿਲਕੁਲ ਉਮੀਦ ਲਾਉਣੀ ਚਾਹੀਦੀ ਹੈ ਔਰ ਆਪਾਂ ਸਾਰੇ ਜਾਣਦੇ ਹਾਂ ਔਰ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੈਪਟਨ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਸੀਗੇ, ਜਿੰਨੇ ਵੱਡੇ ਵਾਅਦੇ ਕਰਕੇ ਉਹ ਸੱਤਾ 'ਚ ਆਏ ਸੀਗੇ, ਉਹਨਾਂ ਵਾਅਦਿਆਂ ਦੀ ਪਿਛਲੇ ਦਿਨਾਂ ਦੇ ਵਿੱਚ 4.5 ਸਾਲ ਜਿੰਨੀ ਦੇਰ ਉਹ ਰਹੇ ਨੇ ਸੱਤਾ ਦੇ ਵਿੱਚ ਕੈਪਟਨ ਸਾਹਿਬ, ਉਹਨਾਂ ਦੀ ਫੂਕ ਨਿਕਲਦੀ ਨਜ਼ਰ ਆਈ ਹੈ। ਸੋ ਇਸ ਕਰਕੇ ਉਸ ਸਾਰੀ ਚੀਜ਼ ਨੂੰ ਦੁਬਾਰਾ ਨਵੇਂ ਸਿਰੇ ਤੋਂ ਘੋਖਣ ਦੇ ਲਈ, ਨਵੇਂ ਸਿਰੇ ਤੋਂ ਲਾਗੂ ਕਰਨ ਦੇ ਲਈ ਕੋਸ਼ਿਸ਼ਾਂ ਚੰਨੀ ਸਾਹਿਬ ਨੂੰ ਕਰਨੀਆਂ ਪੈਣੀਆਂ ਨੇ। ਇਹ ਉਹਨਾਂ ਦੀ ਮਜਬੂਰੀ ਵੀ ਕਹਿ ਸਕਦੇ ਹਾਂ, ਇਹ ਉਹਨਾਂ ਦੀ ਜ਼ਿੰਮੇਵਾਰੀ ਵੀ ਕਹਿ ਸਕਦੇ ਹਾਂ। ਸੋ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਚੰਨੀ ਸਾਹਿਬ ਨੂੰ ਜ਼ਰੂਰ ਪਿਛਲੇ ਲਗਭਗ, ਕਿਉਂਕਿ ਚੰਨੀ ਸਾਹਿਬ ਜਿਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ ਉਸ ਪਾਰਟੀ ਦੀ ਨੁਮਾਇੰਦਗੀ ਹੀ ਕੈਪਟਨ ਸਾਹਿਬ ਕਰਦੇ ਸੀਗੇ ਔਰ ਕੈਪਟਨ ਸਾਹਿਬ ਨੂੰ ਪਤਾ ਹੈ ਕਿ ਜਿਹੜੀਆਂ ਪਿਛਲੇ 17 ਦੇ ਵਿੱਚ ਜੋ ਵੋਟਾਂ ਪਈਆਂ ਨੇ ਉਹ ਇਸ ਲਈ ਪਈਆਂ ਸੀਗੀਆਂ ਕਿਉਂਕਿ ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਔਰ ਉਹ ਵਾਅਦੇ ਲਟਕਦੇ ਨਜ਼ਰ ਆਏ। ਸੋ ਪਹਿਲੀ ਗੱਲ ਤਾਂ ਹੈ ਕਿ ਅੱਜ ਕਿਉਂਕਿ ਬਹੁਤ ਇੰਪੋਰਟੈਂਟ ਮੀਟਿੰਗ ਹੈ ਕੈਬਨਿਟ ਮੰਤਰੀਆਂ ਦੀ, ਸੋ ਇਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੀ ਖਾਸ ਤੌਰ ਤੇ ਜਿਹੜੀਆਂ ਨੌਕਰੀਆਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਨੌਕਰੀਆਂ ਦੇ ਵਿੱਚ ਜਿਹੜੀ
ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਮਸਲਾ ਹੈ ਉਹ ਕਾਫੀ ਗਰਮਾਇਆ ਹੋਇਆ ਸੀਗਾ ਔਰ ਵੱਖ-ਵੱਖ ਵਿਰੋਧੀ ਧਿਰਾਂ ਇਹੀ ਦੋਸ਼ਣ ਲਾਉਂਦੀਆਂ ਸੀਗੀਆਂ ਕਿ ਬਾਹਰਲੇ ਜਿਹੜੇ ਖਾਸ ਤੌਰ ਤੇ ਬਾਹਰਲੀਆਂ ਸਟੇਟਾਂ ਦੇ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਕਰ ਰਹੇ ਨੇ, ਚਾਹੇ ਉਹ ਪੁਲਿਸ ਦੀ ਨੌਕਰੀਆਂ ਹੋਣ ਜਾਂ ਕੋਈ ਹੋਰ ਨੌਕਰੀਆਂ ਹੋਣ। ਸੋ ਇਸ ਕਰਕੇ ਅੱਜ ਇੱਕ ਵੱਡਾ ਫੈਸਲਾ ਇਹੀ ਲਿਆ ਜਾ ਸਕਦਾ ਹੈ ਕਿ ਆਪਣੀ ਜਿਹੜੀ ਸਾਡੀ ਜਿਹੜੀ ਨੌਜਵਾਨ ਵਰਗ ਹੈ, ਸਾਡਾ ਜਿਹੜਾ ਨੌਜਵਾਨ ਅਪਲਾਈ ਕਰਦਾ ਹੈ, ਉਹਦੇ ਵਿੱਚ 70 ਤੋਂ ਲੈ ਕੇ 80% ਜਿਹੜੀਆਂ ਨੌਕਰੀਆਂ ਰਿਜ਼ਰਵ ਹੋਣੀਆਂ ਚਾਹੀਦੀਆਂ ਨੇ ਸਿਰਫ ਪੰਜਾਬੀਆਂ ਦੇ ਲਈ। ਸੋ ਇਹੀ ਪਿਛਲੇ ਦਿਨਾਂ ਦੇ ਵਿੱਚ ਕਿਹਾ ਗਿਆ, ਚੰਨੀ ਸਰਕਾਰ ਦੇ ਵੱਲੋਂ ਵੀ ਇਹ ਇਸ਼ਾਰੇ ਕੀਤੇ ਗਏ ਕਿ ਜਿਵੇਂ ਹਰਿਆਣੇ ਦੇ ਵਿੱਚ 75% ਹਰਿਆਣੇ ਦੇ ਲੋਕਾਂ ਨੂੰ ਹੀ ਨੌਕਰੀ, ਹਰਿਆਣੇ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਦਾ ਜਿਹੜਾ ਲਾਅ ਹੈ, ਉਸੇ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਵੀ ਬਣਨਾ ਚਾਹੀਦਾ ਹੈ ਹਰਿਆਣੇ ਦੀ ਤਰਜ਼ ਦੇ ਉੱਤੇ। ਉਸ ਤੋਂ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਅੱਜ ਜਿਹੜਾ ਹੈਗਾ ਇਹ ਫੈਸਲਾ ਹੋਏਗਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੀ ਇੱਥੇ ਘੱਟੋ ਘੱਟ 75-80% ਪੰਜਾਬ ਦੇ ਨੌਜਵਾਨ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਨੌਕਰੀਆਂ ਨਿਕਲਦੀਆਂ ਨੇ ਉਹਨਾਂ ਨੂੰ ਨੌਕਰੀ ਮਿਲੇ। ਸੋ ਅੱਜ ਉਮੀਦ ਕਰਨੀ ਬਣਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਵੱਡੇ ਫੈਸਲੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵੀ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਪੱਕਿਆ ਕਰਨ ਦਾ ਮਸਲਾ ਹੋਵੇ ਜਾਂ ਹੋਰ ਕੋਈ ਰਿਆਇਤਾਂ ਦੇਣ ਦਾ ਮਸਲਾ ਜਿਹੜਾ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀਗੇ, ਉਹਨਾਂ ਵਾਅਦਿਆਂ ਦੇ ਵਿੱਚੋਂ ਕੋਈ ਵੱਡੇ ਵਾਅਦੇ ਜਿਹੜੇ ਹੋਰ ਵੀ ਪੂਰੇ ਕਰਦੇ ਨਜ਼ਰ ਆ ਸਕਦੇ ਨੇ ਚੰਨੀ ਸਾਹਿਬ। ਸੋ ਉਮੀਦ ਆਪਾਂ ਇਹੀ ਕਰਨੀ ਚਾਹੀਦੀ ਹੈ ਸਾਨੂੰ ਚੰਨੀ ਸਾਹਿਬ ਤੋਂ ਕਿ ਪੰਜਾਬ ਦੇ ਪੱਖ ਦੇ ਵਿੱਚ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਜਾਂ ਹੋਰ ਘੱਟੋ ਘੱਟ ਜਿਹੜੇ ਬਾਕੀ ਮਸਲੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਜਿਹੜੇ ਨੇ ਚੰਨੀ ਸਾਹਿਬ ਅੱਜ ਕੋਈ ਵੱਡੇ ਕਦਮ ਚੁੱਕ ਸਕਦੇ ਨੇ। ਸੁਖਵਿੰਦਰ ਜੀ। ਡਾਕਟਰ ਸਾਹਿਬ, ਇੱਕ ਮਸਲਾ ਹੋਰ ਕਾਫੀ ਜ਼ਿਆਦਾ ਭਖਿਆ ਹੋਇਆ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਜਿਹੜੀ ਲਗਾਤਾਰ ਗਰਮਾਈ ਰਹੀ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਦਲੇ ਜਾਣ ਤੋਂ ਬਾਅਦ ਵੀ ਕਾਂਗਰਸ ਦੇ ਅੰਦਰ ਵਾਧਾ ਖਿਲਾਰ ਨਜ਼ਰ ਆਇਆ। ਉਹ ਸੀਗਾ ਏਜੀ ਤੇ ਡੀਜੀਪੀ ਦੀ ਨਿਯੁਕਤੀ ਵਾਲਾ ਮਾਮਲਾ। ਉਹ ਵੀ ਹਲੇ ਸੁਲਝਦਾ ਹੋਇਆ ਦਿਖਾਈ ਨਹੀਂ ਦਿੱਤਾ। ਬੇਸ਼ੱਕ ਜਿਹੜਾ ਏਜੀ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਹੋਵੇ, ਹਫਤਾ ਹੋਣ ਵਾਲਾ ਜਾਂ ਹਫਤਾ ਹੋ ਗਿਆ ਕਹਿ ਦਈਏ ਕਿ ਏਜੀ ਦਾ ਅਸਤੀਫਾ ਮਨਜ਼ੂਰ ਹੋਇਆ। ਚਰਨਜੀਤ ਸਿੰਘ ਚੰਨੀ ਇੱਥੋਂ ਤੱਕ ਕਹਿ ਰਹੇ ਸੀ ਕਿ ਅਗਲੇ ਦਿਨ ਹੀ ਏਜੀ ਦੀ ਨਿਯੁਕਤੀ ਕਰ ਦਿੱਤੀ ਜਾਊਗੀ, ਪਰ ਹਾਲੇ ਤੱਕ ਵੀ ਏਜੀ ਦੀ ਨਿਯੁਕਤੀ ਨਹੀਂ ਕੀਤੀ ਗਈ। ਜਿੱਥੇ ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ਤੇ ਇਸ ਕਰਕੇ ਵੀ ਹੈ ਸਰਕਾਰ, ਤਾਂ ਉੱਥੇ ਇਸ ਕਰਕੇ ਆਪ ਦੇ ਨਿਸ਼ਾਨੇ ਤੇ ਵੀ ਹੈ। ਹਰਪਾਲ ਸਿੰਘ ਚੀਮਾ ਹੋਣਾ ਦੇ ਵੱਲੋਂ ਵੀ ਕਈ ਤਰੀਕੇ ਦੀਆਂ ਗੱਲਾਂ ਕਹੀਆਂ ਗਈਆਂ ਨੇ ਕਿ ਭਾਈ ਸਰਕਾਰ ਦੇ ਵਿੱਚ ਹੁਣ ਸਮਾਂ ਕਿਹੜਾ ਰਹਿ ਗਿਆ, ਏਜੀ ਡੀਜੀਪੀ ਤੁਸੀਂ ਬਦਲੇ ਨਹੀਂ, ਘੱਟੋ ਘੱਟ ਏਜੀ ਜਿਹਦਾ ਅਸਤੀਫਾ ਮਨਜ਼ੂਰ ਕਰ ਲਿਆ ਉਹਨੂੰ ਤਾਂ ਏਜੀ ਲਗਾ ਦਿਓ, ਨਵੀਂ ਨਿਯੁਕਤੀ ਤਾਂ ਕਹਿੰਦੇ ਕਰ ਦਿਓ, ਤਾਂ ਜੋ ਲੋਕਾਂ ਨੂੰ ਇਨਸਾਫ ਦੀ ਉਮੀਦ ਤਾਂ ਹੋਵੇ। ਜਿਸ ਸਾਹਮਣੇ ਕੋਈ ਇਨਸਾਫ ਦੀ ਉਮੀਦ ਤਾਂ ਜਾਗੂਗੀ ਜੇ ਕੋਈ ਬੰਦਾ ਉੱਥੇ ਖੜਾ ਹੋਊਗਾ। ਤੁਹਾਡੇ ਕੋਲੇ ਸਮਾਂ ਬੜਾ ਥੋੜਾ ਹੈ, ਤੁਸੀਂ 5-5 7-7 ਦਿਨ ਕਰਕੇ ਤੁਸੀਂ ਸਮਾਂ ਲੰਘਾਈ ਜਾਂਦੇ ਹੋ, ਨਿਯੁਕਤੀਆਂ ਨਹੀਂ ਕਰਦੇ। ਜੇ ਕਰਦੇ ਹੋ ਤਾਂ ਗਲਤ ਬੰਦਿਆਂ ਦੇ ਕਰ ਦਿੰਦੇ ਆ, ਕੰਮ ਖੜ ਜਾਂਦੇ ਆ। ਜੇ ਉਹਨਾਂ ਨੂੰ ਬਦਲਦੇ ਹੋ ਤਾਂ ਫਿਰ ਨਵੀਂ ਨਿਯੁਕਤੀ ਨਹੀਂ ਕਰਦੇ। ਸਮਾਂ ਤਾਂ ਇੰਨਾ ਕੁ ਰਹਿ ਗਿਆ ਡਾਕਟਰ ਸਾਹਿਬ ਕਿ ਇੱਕ ਇੱਕ ਮਿੰਟ ਜਾਂ ਇੱਕ ਇੱਕ ਘੰਟਾ ਸਰਕਾਰ ਦੇ ਲਈ ਕੀਮਤੀ ਆ, ਇੱਥੇ ਤਾਂ ਦਿਨ ਹੀ ਅਜਾਈ ਲੰਘਾਈ ਜਾ ਰਹੇ ਆ। ਜੀ ਬਿਲਕੁਲ, ਸਿਰਫ ਇਹ ਜਿਹੜਾ ਸਮਾਂ ਕੀਮਤੀ ਨਹੀਂ ਹੈ ਕਿਉਂਕਿ ਇਹ ਜਿਹੜਾ ਮਸਲਾ ਹੈ ਜਿਹੜਾ ਏਜੀ ਸਾਹਿਬ ਨਾਲ ਪਿਛਲੇ ਦਿਨਾਂ ਦੇ ਵਿੱਚ ਜੁੜਿਆ ਰਿਹਾ ਹੈ ਉਹ ਹੈ ਬਰਗਾੜੀ ਕਾਂਡ ਦਾ ਮਸਲਾ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਪਿਛਲੇ ਸਾਲਾਂ ਦੇ ਦੌਰਾਨ ਲਗਾਤਾਰ ਸਿਆਸਤ ਜਿਹੜੀ ਹੈਗੀ ਹੈ ਗਰਮਾਈ ਹੋਈ ਸੀਗੀ ਔਰ ਸਿਆਸਤ ਦੇ ਵਿੱਚ ਕਈ ਜਿਹੜੇ ਨੇ ਬਦਲਾਅ ਆਉਂਦੇ ਰਹੇ, ਉਤਰਾਅ ਚੜਾਅ ਆਉਂਦੇ ਰਹੇ। ਔਰ ਇਸੇ ਨੂੰ ਲੈ ਕੇ ਜਦੋਂ ਇਹ 15 ਦੇ ਵਿੱਚ ਕਾਂਡ ਵਾਪਰਦਾ ਹੈ ਔਰ 17 ਦੇ ਵਿੱਚ ਉਹੀ ਪਾਰਟੀ ਜਿਹੜੀ ਕਹਿੰਦੀ ਸੀ ਕਿ 25 ਸਾਲ ਰਾਜ ਕਰਨਾ ਹੈ, ਅਕਾਲੀ ਦਲ ਬੀਜੇਪੀ, ਸੋ ਉਸ ਨੂੰ ਤੀਜੇ ਨੰਬਰ ਦੇ ਉੱਤੇ ਆਉਣਾ ਪਿਆ ਸੀਗਾ। ਔਰ ਕਿਉਂਕਿ ਹੁਣ ਵੀ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਨੇ ਇੱਕ ਹੀ ਗੱਲ ਕਹੀ ਸੀਗੀ ਕਿ ਮੈਂ ਬਰਗਾੜੀ ਕਾਂਡ ਦਾ ਦੁੱਧ ਪਾਣੀ ਦਾ ਪਾਣੀ ਕਰੂੰਗਾ। ਸੋ ਉਹ ਵੀ 4.5 ਸਾਲ ਇਦਾਂ ਹੀ ਲਗਾ ਕੇ ਚਲੇ ਗਏ। ਸੋ ਉਸ ਤੋਂ ਬਾਅਦ ਚੰਨੀ ਸਾਹਿਬ ਦੇ ਉੱਤੇ ਲੋਕਾਂ ਨੂੰ ਭਰੋਸਾ ਵੱਜਿਆ ਕਿ ਚੰਨੀ ਸਾਹਿਬ ਜ਼ਰੂਰ ਦੁੱਧ ਪਾਣੀ ਦਾ ਪਾਣੀ ਕਰਨਗੇ। ਪਰ ਆਪਾਂ ਦੇਖਦੇ ਹਾਂ ਕਿ ਲਗਭਗ 2 ਮਹੀਨੇ ਹੋਣ ਵਾਲੇ ਨੇ ਚੰਨੀ ਸਾਹਿਬ ਨੂੰ ਸੱਤਾ 'ਚ ਆਇਆ ਔਰ ਅਜੇ ਤੱਕ ਤਾਂ ਇਹ ਮਸਲੇ ਦਾ ਹੱਲ ਤਾਂ ਕੀ ਹੋਣਾ ਸੀਗਾ, ਸਗੋਂ ਹੋ ਕੀ ਰਿਹਾ ਕਿ ਜਿਹੜੇ ਏਜੀ ਸਾਹਿਬ ਨੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਬਦਲਿਆ ਜਾਣਾ ਸੀਗਾ ਔਰ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਨੂੰ ਲਗਭਗ 10 ਦਿਨ, ਹਫ਼ਤੇ ਤੋਂ ਉੱਪਰ ਹੋ ਗਿਆ। ਸੋ ਇਸ ਕਰਕੇ ਵੱਡੇ ਸਵਾਲ ਜਿਹੜੇ ਨੇ ਚੰਨੀ ਸਾਹਿਬ ਦੇ ਉੱਤੇ ਅੱਜ ਚੁੱਕ ਰਹੇ ਨੇ। ਕੱਲੇ ਨਵਜੋਤ ਸਿੰਘ ਸਿੱਧੂ ਨਹੀਂ, ਜਿਵੇਂ ਤੁਸੀਂ ਵੀ ਕਿਹਾ ਕਿ ਆਮ ਆਦਮੀ ਪਾਰਟੀ ਵੀ ਚੁੱਕ ਰਹੀ ਹੈ, ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਲੋਕ ਨੇ ਹੋਰ ਵੀ ਜਿਹੜੇ ਸੱਚੀ ਮੁੱਚੀ ਚਾਹੁੰਦੇ ਨੇ ਕਿ ਇਸ ਮਸਲੇ ਦਾ ਹੱਲ ਹੋਵੇ, ਉਹ ਵੀ ਚਾਹੁੰਦੇ ਨੇ ਕਿ ਇਸ ਮਸਲੇ ਦਾ ਹੱਲ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਇਹ ਜਿਹੜੇ ਏਜੀ ਸਾਹਿਬ ਨੇ
ਉਹ ਨਿਯੁਕਤ ਹੋਣਗੇ। ਸੋ ਜੇਕਰ ਏਜੀ ਸਾਹਿਬ ਹੀ ਨਿਯੁਕਤ ਨਹੀਂ ਹੋਣਗੇ ਤਾਂ ਇਹ ਮਸਲਾ ਵੀ ਠੰਡੇ ਬਸਤੇ ਦੇ ਵਿੱਚ ਪੈਂਦਾ ਨਜ਼ਰ ਆਏਗਾ। ਸੋ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਚੰਨੀ ਸਾਹਿਬ ਦੇ ਉੱਤੇ ਬਹੁਤ ਵੱਡੇ ਦਬਾਅ ਨੇ, ਬਹੁਤ ਵੱਡੇ ਸਵਾਲ ਨੇ ਕਿ ਉਹ ਇਸ ਮਸਲੇ ਨੂੰ ਇਮਾਨਦਾਰੀ ਦੇ ਨਾਲ ਹੱਲ ਕਰਨ, ਔਰ ਇਮਾਨਦਾਰੀ ਦੇ ਨਾਲ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਕੋਈ ਇਮਾਨਦਾਰ ਆਫੀਸਰ ਜਿਹੜਾ ਹੈਗਾ, ਜੇਕਰ ਇਮਾਨਦਾਰ ਏਜੀ ਨੇ ਉਹ ਅੱਗੇ ਆਉਣਗੇ, ਉਹਨਾਂ ਨੂੰ ਨਿਯੁਕਤ ਕੀਤਾ ਜਾਏਗਾ। ਸੋ ਇਸ ਕਰਕੇ ਉਮੀਦ ਕਰਦੇ ਹਾਂ ਕਿ ਬਹੁਤ ਛੇਤੀ, ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਅਗਲੇ ਦਿਨ ਹੀ ਜਿਹੜਾ ਇਹ ਨਵਾਂ ਮਜਬੂਰੀ ਕੀ ਹੈ ਸਰਕਾਰ ਦੀ। ਪਹਿਲਾਂ ਤਾਂ ਬੰਦੇ ਉਹ ਜਿਹੇ ਨਿਯੁਕਤ ਕਰ ਲਏ ਜਿਨ੍ਹਾਂ ਤੇ ਇਤਰਾਜ਼ ਚੁੱਕਿਆ ਗਿਆ, ਜਦੋਂ ਫਿਰ ਇਤਰਾਜ਼ ਚੁੱਕਿਆ ਗਿਆ ਉਹ ਤੁਸੀਂ ਉਵੇਂ ਹੀ ਦਿਨ ਲੰਘਾ ਤੇ ਮਹੀਨਾ ਡੇਢ ਮਹੀਨਾ ਤੁਸੀਂ ਏਦਾਂ ਹੀ ਲੰਘਾਤਾ, ਉਹਨਾਂ ਨੂੰ ਬਦਲਿਆ ਨਹੀਂ ਗਿਆ, ਜਿਨ੍ਹਾਂ ਕਰਕੇ ਕੰਮ ਵੀ ਵਿਗੜੇ। ਤੇ ਜੇਕਰ ਤੁਸੀਂ ਬਦਲ ਹੀ ਦਿੱਤਾ ਤਾਂ ਫਿਰ ਹੁਣ ਨਿਯੁਕਤੀ ਨਹੀਂ ਕਰ ਰਹੇ। ਇਹ ਮਜਬੂਰੀ ਕੀ ਹੈ ਸਰਕਾਰ ਦੀ? ਸਰਕਾਰ ਕਰ ਕੀ ਰਹੀ ਹੈ? ਸੁਖਵਿੰਦਰ ਜੀ ਦੇਖੋ, ਜਿਹੜੀ ਸਿਆਸੀ ਇੱਛਾ ਸ਼ਕਤੀ ਹੁੰਦੀ ਹੈ ਨਾ, ਇਹ ਬਹੁਤ ਇੰਪੋਰਟੈਂਟ ਹੁੰਦੀ ਹੈ। ਇਹ ਹਰ ਬੰਦੇ ਦੇ ਜਾਂ ਹਰ ਲੀਡਰ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਵੇਂ ਕੱਲ ਵੀ ਆਪਾਂ ਗੱਲ ਕੀਤੀ ਸੀਗੀ, ਬੜੀ ਵਧੀਆ ਗੱਲ ਨਵਜੋਤ ਸਿੰਘ ਸਿੱਧੂ ਨੇ ਕਹੀ ਸੀ ਆਪਣੇ ਟਵੀਟ ਦੇ ਰਾਹੀਂ ਕਿ ਅੱਖਾਂ ਤਾਂ ਸਾਰੇ ਕੋਲੇ ਹੁੰਦੀਆਂ ਨੇ, ਬਹੁਤ ਲੀਡਰਾਂ ਕੋਲੇ, ਪਰ ਨਜ਼ਰੀਆ ਕਿਸੇ ਕੋਲੇ ਹੁੰਦਾ। ਸੋ ਇਹ ਲੀਡਰ ਤਾਂ ਸਾਰੇ ਬਣ ਜਾਂਦੇ ਨੇ, ਪਰ ਇੱਛਾ ਸ਼ਕਤੀ ਜਿਹੜੀ ਹੁੰਦੀ ਹੈ ਇਹ ਬਹੁਤ ਘੱਟ ਲੀਡਰਾਂ ਦੇ ਕੋਲੇ ਹੁੰਦੀ ਹੈ। ਸੋ ਇਹਦਾ ਮਤਲਬ ਇਹੀ ਹੈ ਕਿ ਚੰਨੀ ਸਾਹਿਬ ਕੋਲੇ ਜਿਹੜੀ ਇੱਛਾ ਸ਼ਕਤੀ ਹੈ ਉਹਦੀ ਬਹੁਤ ਵੱਡੀ ਘਾਟ ਹੈ। ਬੇਸ਼ੱਕ ਇੱਕ ਪਾਸੇ ਉਹ ਜ਼ਰੂਰ ਫੋਟੋਆਂ ਖਿਚਾਉਂਦੇ, ਆਪਣੀ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਨੇ, ਔਰ ਇੱਥੋਂ ਇਹੀ ਲੱਗਦਾ ਲੋਕਾਂ ਨੂੰ ਕਿ ਵਧੀਆ ਕੰਮ ਕਰ ਰਹੇ ਨੇ, ਪਰ ਜਿਹੜੇ ਵੱਡੇ ਕੰਮ ਕਰਨ ਵਾਲੇ ਨੇ, ਚਾਹੇ ਉਹ ਨਸ਼ਿਆਂ ਦਾ ਮਸਲਾ ਹੋਵੇ, ਚਾਹੇ ਉਹ ਬਰਗਾੜੀ ਕਾਂਡ ਦਾ ਮਸਲਾ ਹੋਵੇ, ਚਾਹੇ ਘਰ ਘਰ ਨੌਕਰੀ ਦਾ ਮਸਲਾ ਹੋਵੇ, ਜਾਂ ਬੁਢਾਪਾ ਪੈਨਸ਼ਨ ਵਧਾਉਣ ਦਾ ਮਸਲਾ ਹੋਵੇ, ਯਾਨੀ ਕਿ ਉਹ ਜਿਹੜੇ 18 ਨੁਕਾਤੀ ਪ੍ਰੋਗਰਾਮ ਸੀਗਾ ਕਿਸੇ ਵੇਲੇ ਕੈਪਟਨ ਸਾਹਿਬ ਦਾ, ਉਸ ਨੂੰ ਜਦੋਂ ਹੱਲ ਕਰਨ ਦਾ ਮਸਲਾ ਆਉਂਦਾ ਤਾਂ ਉਹਦੇ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਨੇ ਚੰਨੀ ਸਾਹਿਬ। ਸੋ ਇਸ ਕਰਕੇ ਆਪਾਂ ਹੀ ਕਹਿ ਸਕਦੇ ਹਾਂ ਕਿ ਜਿਹੜੇ ਵੱਖ-ਵੱਖ ਮਸਲੇ ਨੇ ਇਹ ਤਾਂ ਹੀ ਹੱਲ ਹੋਣਗੇ, ਜਿਹੜੇ ਵੱਡੇ ਮਸਲੇ ਨੇ ਖਾਸ ਤੌਰ ਤੇ, ਜਿਹਦੇ ਬਾਰੇ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੇ ਸਵਾਲ ਉਠਾਉਂਦੇ ਰਹੇ ਨੇ ਸਰਕਾਰ ਦੇ ਉੱਤੇ। ਜੇਕਰ ਉਹ ਮਸਲੇ ਹੱਲ ਕਰਨੇ ਨੇ ਤਾਂ ਤੁਹਾਨੂੰ ਇੱਕ ਵੱਡੀ ਇੱਛਾ ਸ਼ਕਤੀ ਦੀ ਲੋੜ ਹੈ। ਸੋ ਉਹ ਇੱਛਾ ਸ਼ਕਤੀ ਦੀ ਘਾਟ ਆਪਾਂ ਕਹਿ ਸਕਦੇ ਹਾਂ ਕਿ ਚੰਨੀ ਸਾਹਿਬ ਦੇ ਜਿਹੜੇ ਉਹਦੇ ਕਾਰਜਸ਼ੈਲੀ ਆ ਉਹਨਾਂ ਦੀ, ਉਹਦੇ ਵਿੱਚ ਜ਼ਰੂਰ ਨਜ਼ਰ ਆ ਰਹੀ ਹੈ। ਸੋ ਇਸ ਕਰਕੇ ਜੇਕਰ ਇੱਛਾ ਸ਼ਕਤੀ ਦੀ ਘਾਟ ਰਹਿੰਦੀ ਹੈ ਤਾਂ ਲਾਜ਼ਮੀ ਤੌਰ ਤੇ ਇਹ ਜਿਹੜੇ ਮਸਲੇ ਨੇ, ਵੱਡੇ ਮਸਲੇ ਪੰਜਾਬ ਦੇ ਨੇ, ਇਹ ਲਟਕਦੇ ਨਜ਼ਰ ਆਉਣਗੇ, ਔਰ ਇਹਦਾ ਖਮਿਆਜਾ 22 ਦੇ ਵਿੱਚ ਹੋ ਸਕਦਾ ਹੈ ਕਿ ਜੇਕਰ ਜਲਦੀ ਨਹੀਂ ਨਿਯੁਕਤੀ ਕੀਤੀ ਜਾਂਦੀ ਡਾਕਟਰ ਸਾਹਿਬ, ਜੇਕਰ ਅੱਜ ਜਾਂ ਨਿਯੁਕਤੀ ਨਹੀਂ ਕੀਤੀ ਜਾਂਦੀ ਜਾਂ ਕਈ ਦਿਨਾਂ ਦੇ ਵਿੱਚ ਫਿਰ ਨਿਯੁਕਤੀ ਨਹੀਂ ਕੀਤੀ ਜਾਂਦੀ ਤਾਂ ਨਵਜੋਤ ਸਿੰਘ ਸਿੱਧੂ ਦੇ ਗੁੱਸੇ ਦਾ ਫਿਰ ਤੋਂ ਸਾਹਮਣਾ ਕਰਨਾ ਪੈ ਸਕਦਾ ਸਰਕਾਰ ਨੂੰ। ਬਿਲਕੁਲ ਬਿਲਕੁਲ, ਬਹੁਤ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਟਵੀਟ ਆਉਣ ਵਾਲਾ ਹੈ ਨਵਜੋਤ ਸਿੰਘ ਸਿੱਧੂ ਦਾ। ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਤਾਂ ਇਹੀ ਕਿਹਾ ਕਿ ਮੈਨੂੰ ਨਾ ਕਿਸੇ ਪਦਵੀ ਦਾ ਡਰ ਹੈ, ਨਾ ਮੈਨੂੰ ਕਿ ਇਹ ਹੈ ਕਿ ਮੈਨੂੰ ਕੋਈ ਵੱਡਾ ਅਹੁਦਾ ਮਿਲੇ, ਇਹਦੇ ਮੈਨੂੰ ਕੋਈ ਲਾਲਚ ਨਹੀਂ ਹੈ। ਔਰ ਜੇਕਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਬਾਰੇ ਵੱਡੇ ਸਵਾਲ ਚੁੱਕਦੇ ਨਜ਼ਰ ਆਉਣਗੇ ਤੁਹਾਨੂੰ ਭਵਿੱਖ ਦੇ ਵਿੱਚ। ਪਹਿਲਾਂ ਵੀ ਉਹ ਪਿਛਲੇ ਆਪਾਂ ਜਦੋਂ ਉਹਨਾਂ ਦਾ ਰਿਜ਼ਲਟ ਦੇਖਦੇ ਹਾਂ, ਸਾਰਾ ਇਤਿਹਾਸ ਦੇਖਦੇ ਹਾਂ, ਤਾਂ ਉਹਦੇ ਵਿੱਚ ਵੱਡੇ ਸਵਾਲ ਉਹਨਾਂ ਨੇ ਚੁੱਕੇ ਨੇ ਆਪਣੀ ਸਰਕਾਰ ਦੇ ਉੱਤੇ, ਖਾਸ ਤੌਰ ਤੇ ਚੰਨੀ ਸਾਹਿਬ ਦੇ ਉੱਤੇ। ਇਸ ਤੋਂ ਪਹਿਲਾਂ ਕੈਪਟਨ ਸਾਹਿਬ ਦੇ ਉੱਤੇ ਵੱਡੇ ਸਵਾਲ ਉਹ ਚੁੱਕਦੇ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਚੰਨੀ ਸਾਹਿਬ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਆਪਣੀ ਇੱਛਾ ਸ਼ਕਤੀ ਜਿਹੜੀ ਹੈਗੀ ਦਿਖਾਉਣੀ ਚਾਹੀਦੀ ਹੈ, ਔਰ ਵੱਡੇ ਫੈਸਲੇ ਚਾਹੇ ਕੋਈ ਵੀ ਹੈ, ਚਾਹੇ ਕੋਈ ਵੀ, ਜਿਵੇਂ ਉਹ ਕਹਿੰਦੇ ਨੇ ਕਿ ਮੈਂ ਹਰ ਹਾਲਤ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਚਾਹੁੰਦਾ, ਔਰ ਜਿਹੜੇ ਵੀ ਲੋਕ ਗੁਨਾਹਗਾਰ ਨੇ। ਵੱਡੀ ਖਬਰ ਜਿਹੜੀ ਆ ਹੋਰ ਆ ਰਹੀ ਹੈ, ਸੁਖਪਾਲ ਸਿੰਘ ਖਹਿਰਾ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਸੁਖਪਾਲ ਖਹਿਰਾ ਤੇ ਕਾਰਵਾਈ ਕੀਤੇ ਜਾਣ ਤੋਂ ਬਾਅਦ ਇੱਕ ਹੋਰ ਪੰਜਾਬ ਦੇ ਐਮਐਲਏ ਦੇ ਉੱਪਰ ਕਾਰਵਾਈ ਕਰਦੀ ਈਡੀ ਨਜ਼ਰ ਆ ਰਹੀ ਹੈ। ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਦੇ ਘਰ ਦੇ ਵਿੱਚ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ। ਹੁਣੇ ਛਾਪਾ ਮਾਰਿਆ ਗਿਆ। ਹੁਣੇ ਇਸ ਵਕਤ ਦੀ ਜਿਹੜੀ ਵੱਡੀ ਖਬਰ ਹੈ, ਕਿਵੇਂ ਦੇਖਦੇ ਹੋ ਈਡੀ ਦੀ ਇਸ ਕਾਰਵਾਈਆਂ ਨੂੰ? ਦੇਖੋ, ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਗ੍ਰਿਫਤਾਰ ਕੀਤਾ ਸੀ ਈਡੀ ਵੱਲੋਂ, ਤਾਂ ਉਦੋਂ ਵੀ ਇਹ ਕਿਆਸ ਰਾਈਆਂ ਇਹੀ ਹੋ ਰਹੀਆਂ ਸੀਗੀਆਂ ਕਿਉਂਕਿ 7 ਦਿਨਾਂ ਦੇ ਰਿਮਾਂਡ ਦੇ ਵਿੱਚ ਕਾਫੀ ਪੁੱਛ ਪੜਤਾਲ ਜਿਹੜੀ ਹੈਗੀ ਕੀਤੀ ਜਾਏਗੀ, ਔਰ ਸੰਭਾਵਨਾਵਾਂ ਉਸ ਵੇਲੇ ਇਹੀ ਲੱਗ ਰਹੀਆਂ ਸੀਗੀਆਂ ਕਿ ਇਹ ਪੁੱਛ ਪ੍ਰਤੀਤ ਜਿਹੜੀ ਹੈਗੀ ਆ ਅਗਲੇ ਦਿਨਾਂ ਦੇ ਵਿੱਚ ਕਾਫੀ, ਜਿਵੇਂ ਇਹਦੇ ਵਿੱਚ ਵੱਡੇ ਜਿਹੜੇ ਮਗਰਮੱਛ ਨੇ ਉਹ ਵੀ ਫੜੇ ਜਾ ਸਕਦੇ ਨੇ, ਵੱਡੇ ਜਿਹੜੇ ਗੁਨਾਹਗਾਰ ਨੇ ਉਹ ਵੀ ਫੜੇ ਜਾ ਸਕਦੇ ਨੇ, ਹੋਰ ਵੀ ਕਾਫੀ ਜਿਹੜੀਆਂ ਨੇ ਗੱਲਾਂ ਬਾਤਾਂ ਸਾਹਮਣੇ ਆ ਸਕਦੀਆਂ ਨੇ। ਸੋ ਉਹੀ ਹੋ ਰਿਹਾ ਹੈ। ਸੋ ਆਪਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵੱਡੇ ਆਪਾਂ ਕਹਿ ਸਕਦੇ ਚਿਹਰੇ ਇਹਦੇ ਵਿੱਚ ਜਾਲ ਦੇ ਵਿੱਚ ਫਸ ਸਕਦੇ ਆ ਈਡੀ ਦੇ। ਸੋ ਉਸ ਕਰਕੇ ਉਮੀਦ ਕਰਨੀ ਬਣਦੀ ਹੈ
ਕਿ ਈਡੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਕਾਰਵਾਈਆਂ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੇ, ਕਿਉਂਕਿ ਚੋਣਾਂ ਵੀ ਡਾਕਟਰ ਸਾਹਿਬ ਨੇੜੇ ਨੇ। ਲੱਗਦਾ ਨਹੀਂ ਕਿ ਚੋਣਾਂ ਦੇ ਕਰਕੇ ਬੀਜੇਪੀ ਸਰਕਾਰ ਦੇ ਵੱਲੋਂ ਉਹਨਾਂ ਲੀਡਰਾਂ ਦੇ ਉੱਪਰ ਜਿਹੜੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਹੜੇ ਲੀਡਰ ਆਪਣੇ ਦਮ ਤੇ ਆਪਣੇ ਬਲਬੂਤੇ ਦੇ ਉੱਪਰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਖੜੇ ਹੋਏ ਨੇ। ਮਨਪ੍ਰੀਤ ਸਿੰਘ ਇਆਲੀ ਦੀ ਜੇਕਰ ਆਪਾਂ ਗੱਲ ਕਰੀਏ, ਮਨਪ੍ਰੀਤ ਸਿੰਘ ਇਆਲੀ ਆਪਣੇ ਬਲਬੂਤੇ ਦੇ ਉੱਪਰ, ਜਿੱਥੇ ਇੱਕ ਪਾਸੇ ਸਰਕਾਰ, ਪੂਰਾ ਸਰਕਾਰ ਦਾ ਜੰਤਰ ਤੰਤਰ, ਸਾਰੇ ਮੰਤਰੀ, ਸਾਰੇ ਅਫਸਰ ਇੱਕ ਪਾਸੇ ਸੀ, ਤਾਂ ਉੱਥੇ ਮਨਪ੍ਰੀਤ ਸਿੰਘ ਇਆਲੀ ਨੇ ਇਕੱਲਿਆਂ ਮੱਥਾ ਲਾ ਕੇ ਆਪਣੀ ਸੀਟ ਜਿਮਨੀ ਚੋਣਾਂ ਦੇ ਵਿੱਚ ਜਿੱਤੀ ਸੀ। ਤੇ ਸੁਖਪਾਲ ਸਿੰਘ ਖਹਿਰਾ ਦਾ ਵੀ ਆਪਣੇ ਇਲਾਕੇ ਦੇ ਵਿੱਚ ਆਧਾਰ ਹੈ, ਪੰਜਾਬ ਦੇ ਵਿੱਚ ਆਧਾਰ ਹੈ, ਆਪਣੇ ਤੌਰ ਤੇ ਵੀ ਉਹਨਾਂ ਦਾ ਹੈਗਾ, ਚਾਹੇ ਥੋੜਾ ਚਾਹੇ ਵਾਲਾ ਹੈ। ਪਰ ਲੱਗਦਾ ਨਹੀਂ ਕਿ ਅਜਿਹੇ ਨੌਜਵਾਨ ਵਿਧਾਇਕਾਂ ਦੇ ਉੱਪਰ ਕਾਰਵਾਈਆਂ ਕਰਕੇ, ਜਿਹੜੇ ਆਪਣੇ ਬਲਬੂਤੇ ਜਿਹੜਾ ਹੈਗਾ ਆਪਣੇ ਇਲਾਕਿਆਂ ਦੇ ਵਿੱਚ ਖੜੇ ਹੋਏ ਨੇ, ਅਜਿਹੇ ਨੌਜਵਾਨਾਂ ਦੇ ਉੱਤੇ ਕਾਰਵਾਈਆਂ ਕਰਕੇ ਕਿਤੇ ਨਾ ਕਿਤੇ ਹੋ ਸਕਦਾ ਪ੍ਰੈਸ਼ਰਾਈਜ਼ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਹੋਵੇ, ਆਪਣੇ ਵੱਲ ਖਿੱਚਣ ਦੀ। ਜੀ ਬਿਲਕੁਲ, ਤੁਸੀਂ ਦੇਖੋਗੇ ਕਿ ਚਾਹੇ ਉਹ ਮਹਾਰਾਸ਼ਟਰ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਬਿਹਾਰ ਹੋਵੇ, ਜਿੱਥੇ ਜਿੱਥੇ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਨੇੜੇ ਆਉਂਦੀਆਂ ਨੇ, ਤਾਂ ਉੱਥੇ ਇਦਾਂ ਦੀਆਂ ਕਾਰਵਾਈਆਂ ਅਕਸਰ ਹੁੰਦੀਆਂ ਨੇ। ਔਰ ਇਹ ਸਾਰੇ ਜਾਣਦੇ ਨੇ ਕਿ ਪੋਲੀਟੀਕਲ ਜਿਹੜੀਆਂ ਨੇ ਮੋਟੀਵੇਟਡ ਹੁੰਦੀਆਂ ਨੇ। ਔਰ ਇੱਥੋਂ ਇਹ ਵੀ ਲੱਗਦਾ ਹੈ ਕਿ ਕਿਉਂਕਿ ਚੋਣਾਂ ਦੇ ਨੇੜੇ ਇਹ ਸਾਰਾ ਕੁਝ ਹੋ ਰਿਹਾ ਹੈ, ਕਿਉਂਕਿ 22 ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜਲਦੀ ਚੋਣਾਂ ਹੋਣ ਵਾਲੀਆਂ ਨੇ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੈ ਤਾਂ ਪੋਲੀਟੀਕਲੀ ਨੇ, ਪਰ ਇਹਦੇ ਵਿੱਚ ਦੇਖਣਾ ਇਹ ਹੋਏਗਾ ਕਿ ਈਡੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਇਹਨਾਂ ਲੋਕਾਂ ਦੇ ਉੱਤੇ ਕਰਦੀ ਹੈ, ਔਰ ਕੀ ਉਹ ਜੈਨੂਨ ਨੇ, ਜਾਂ ਜਿਵੇਂ ਕਿਹਾ ਜਾ ਰਿਹਾ ਕਿ ਜਿਵੇਂ ਖਹਿਰਾ ਸਾਹਿਬ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਬੇਟੇ ਵੱਲੋਂ ਇਹ ਤਰਕ ਦਿੱਤੀ ਜਾ ਰਹੀ ਹੈ ਕਿ ਸਾਰੀਆਂ ਚੀਜ਼ਾਂ ਮੈਨੂਪਲੇਟਡ ਨੇ, ਔਰ ਸਿਆਸੀ ਕਿਤੇ ਨਾ ਕਿਤੇ ਸਿਆਸੀ ਜਿਹੜਾ ਹੈਗਾ ਦਖਲਅੰਦਾਜ਼ੀ ਜ਼ਰੂਰ ਇਹਨਾਂ ਕੰਮਾਂ ਦੇ ਵਿੱਚ ਹੋ ਰਹੀ ਹੈ। ਸੋ ਇਸ ਕਰਕੇ ਦੇਖਣਾ ਤਾਂ ਇਹੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਿਰਫ ਤੇ ਸਿਰਫ ਇਹ ਸਿਆਸੀ ਦਖਲਅੰਦਾਜ਼ੀ ਹੈ ਜਾਂ ਇਹਦੇ ਵਿੱਚ ਕੋਈ ਸੱਚਾਈ ਹੈ। ਸੋ ਇਸ ਕਰਕੇ ਇਹ ਸਮਾਂ ਹੁਣ ਦੱਸੇਗਾ ਕਿ ਇਹ ਕਿਸ ਤਰ੍ਹਾਂ ਦੇ ਰਿਜ਼ਲਟ ਨਿਕਲਦੇ ਨੇ। ਪਰ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਪੈਂਦਾ ਹੈ ਕਿ 22 ਦੀਆਂ ਚੋਣਾਂ ਨੂੰ ਲੈ ਕੇ ਇਸ ਤਰ੍ਹਾਂ ਦੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੰਦਾਜ਼ੇ, ਜਿਵੇਂ ਵੀ ਸਾਡੇ ਕੋਲੇ ਜਾਣਕਾਰੀ ਆਊਗੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ। ਫਿਲਹਾਲ ਇਹ ਮੁੱਢਲੀ ਜਾਣਕਾਰੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਈਡੀ ਦਾ ਛਾਪਾ ਪੈ ਗਿਆ। ਇਹ ਮੁੱਢਲੀ ਜਾਣਕਾਰੀ ਹੈ, ਅੱਗੇ ਅੱਗੇ ਕੀ ਕੁਝ ਕਾਰਵਾਈਆਂ ਸਾਹਮਣੇ ਆਉਂਦੀਆਂ ਨੇ ਉਹਦੇ ਵਿੱਚ ਵੀ ਤੁਹਾਨੂੰ ਲਗਾਤਾਰ ਜਾਣਕਾਰੀ ਦਿੰਦੇ ਰਹਾਂਗੇ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਨਾਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।